ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਸੁਚੇਤਕ ਸਟੂਡੀਓ ਦਾ ਪ੍ਰੋਗਰਾਮ ਇੰਨੀ ਦਿਨੀ ਲੈ ਕੇ। ਹੈਰਾਨ ਹੋ ਗਏ, ਇੰਨੀ ਦਿਨੀ ਵਿਦ ਸ਼ਬਦੀਸ਼ ਹੁੰਦਾ ਹੈ ਤੇ ਅੱਜ ਇੰਨੀ ਦਿਨੀ ਵਿਦ ਅਨੀਤਾ ਸ਼ਬਦੀਸ਼ ਕਿਵੇਂ ਹੋ ਗਿਆ। ਦਰਅਸਲ ਕੁਝ ਅਹਿਸਾਸ ਸਨ, ਕੁਝ ਅਨੁਭਵ ਸਨ ਜੋ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੀ ਸੀ। ਇਹ ਅਹਿਸਾਸ, ਇਹ ਅਨੁਭਵ ਮੇਰੇ ਆਪਣੇ ਸਨ, ਇਸ ਕਰਕੇ ਮੈਨੂੰ ਹੀ ਹਾਜ਼ਰ ਹੋਣਾ ਪੈਣਾ ਸੀ। ਕਈ ਸਾਲ ਪਹਿਲਾਂ ਮੇਰੇ ਮੰਮੀ ਨੇ ਇਲੈਕਸ਼ਨ ਲੜੇ ਸਨ MC ਦੇ, ਇੱਕ ਆਜ਼ਾਦ ਉਮੀਦਵਾਰ ਦੇ ਵਿੱਚੋਂ। ਉਹ ਚੋਣ ਮੁਹਿੰਮ ਸਾਡੇ ਵਾਸਤੇ ਇੱਕ ਰੰਗਮੰਚੀ ਸਰਗਰਮੀ ਹੀ ਸੀ। ਸਾਡੇ ਬਹੁਤ ਸਾਰੇ ਰੰਗਕਰਮੀ ਦੋਸਤ ਉਸ ਚੋਣ ਮੁਹਿੰਮ ਦਾ ਹਿੱਸਾ ਸਨ। ਅਸੀਂ ਵੋਟਰਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਜੇ ਅਸੀਂ ਜਿੱਤ ਗਏ ਤਾਂ ਬਾਕੀ ਕੰਮਾਂ ਦੇ ਨਾਲ ਨਾਲ ਅਸੀਂ ਨਾਟਕ ਮੇਲਾ ਵੀ ਜ਼ਰੂਰ ਕਰਾਂਗੇ। ਮੰਮੀ ਇਲੈਕਸ਼ਨ ਜਿੱਤ ਗਏ, ਨਾਟਕ ਮੇਲਾ ਵੀ ਕੀਤਾ ਗਿਆ। ਜਦੋਂ ਅਗਲੀ ਵਾਰ ਇਲੈਕਸ਼ਨ ਆਏ ਤਾਂ ਮੰਮੀ ਨੂੰ ਫਿਰ ਚੋਣ ਲੜਨ ਲਈ ਕਿਹਾ ਗਿਆ, ਪਰ ਮੰਮੀ ਨੇ ਨਾ ਕਰ ਦਿੱਤੀ। ਕਾਫੀ ਸਮੇਂ ਬਾਅਦ ਮੇਰੇ ਹਮਾਇਤੀਆਂ ਨੇ, ਮੇਰੇ ਦੋਸਤਾਂ ਮਿੱਤਰਾਂ ਨੇ ਮੈਨੂੰ ਵੀ ਚੋਣ ਲੜਨ ਲਈ ਕਿਹਾ, ਪਰ ਮੈਂ ਵੀ ਨਾ ਕਰ ਦਿੱਤੀ। ਮੈਂ MC ਬਣਨਾ ਹੀ ਨਹੀਂ ਸੀ ਚਾਹੁੰਦੀ। ਮੈਨੂੰ ਚਾਹ ਹੀ ਨਹੀਂ ਸੀ। ਚਾਹ ਤਾਂ ਮੈਨੂੰ ਸੰਸਦ ਮੈਂਬਰ ਬਣਨ ਦਾ ਵੀ ਨਹੀਂ ਸੀ, ਪਰ ਮੈਂ ਬਣ ਗਈ ਸੰਸਦ ਮੈਂਬਰ। ਤੁਸੀਂ ਸਮਝ ਹੀ ਗਏ ਹੋਵੋਗੇ, ਜੀ ਹਾਂ, ਮੈਂ ਕਿਸਾਨ ਸੰਸਦ ਦੀ ਗੱਲ ਕਰ ਰਹੀ ਹਾਂ। ਮੈਨੂੰ MP ਬਣਨ ਦਾ ਸੱਦਾ ਅਮਿਤੋਜ ਮਾਨ ਜੀ ਨੇ ਦਿੱਤਾ। ਜਦੋਂ ਉਹਨਾਂ ਦਾ ਫੋਨ ਆਇਆ ਤਾਂ ਮੈਂ ਤਾਂ ਜਿਵੇਂ ਪਹਿਲਾਂ ਹੀ ਤਿਆਰ ਬੈਠੀ ਸੀ। ਇੱਕ ਕਲਾਕਾਰ ਹੋਣ ਦੇ ਨਾਤੇ ਮੇਰੀ ਉਤਸੁਕਤਾ ਕੁਝ ਜ਼ਿਆਦਾ ਹੀ ਸੀ। ਮੈਂ ਉਸੇ ਅੰਦੋਲਨ ਦੀ ਸੰਸਦ ਮੈਂਬਰ ਸਾਂ ਜਿੱਥੇ ਮੈਂ ਕਈ ਵਾਰ ਨਾਟਕ ਕਰਕੇ ਆਈ ਸਾਂ। ਸਿੰਘੂ ਬਾਰਡਰ ਤੇ, ਟੀਕਰੀ ਬਾਰਡਰ ਤੇ, ਗਾਜ਼ੀਪੁਰ ਬਾਰਡਰ ਤੇ ਨਾਟਕ ਸੀ ਜੇ ਹੁਣ ਵੀ ਨਾ ਬੋਲੇ। ਕੌਣ ਸਨ ਗਦਰੀ, ਦੇਸ਼ ਭਗਤ ਜਾਂ ਦੇਸ਼ ਧਰੋਹੀ? ਸਾਰੀ ਦੁਨੀਆ ਜਾਣਦੀ ਹੈ ਕਿ ਉਹ ਅੰਦੋਲਨ ਜੀਵੀ ਸਨ, ਗੁਲਾਮੀ ਦੇ ਖਿਲਾਫ ਅੰਦੋਲਨ ਜੀਵੀ। ਤੇ ਅੱਜ ਇੱਕ ਹੋਰ ਜੰਗ ਛਿੜ ਗਈ ਹੈ ਤੇ ਇਸ ਜੰਗ ਦੇ ਵਿੱਚ, ਇਸ ਯੁੱਧ ਦੇ ਵਿੱਚ ਅਸੀਂ ਸਾਰੀਆਂ ਔਰਤਾਂ ਸ਼ਾਮਲ ਹਾਂ, ਅਸੀਂ ਹਾਂ ਅੰਦੋਲਨ ਜੀਵੀ। ਫਿਲਮ ਇੰਡਸਟਰੀ ਦੇ ਕਲਾਕਾਰ ਵਜੋਂ ਮੈਂ ਤੇ ਮਹਿਰੀਨ ਕਾਲੇਕੇ ਸਿੰਘੂ ਬਾਰਡਰ ਤੇ ਪਹੁੰਚੀਆਂ। ਉੱਥੋਂ ਅਸੀਂ ਬੱਸਾਂ ਵਿੱਚ ਬੈਠ ਕੇ ਕਿਸਾਨ ਸੰਸਦ ਵਾਲੀ ਜਗ੍ਹਾ ਤੇ ਜਾਣਾ ਸੀ। ਉਹ ਮੰਜ਼ਰ ਬਾ ਕਮਾਲ ਸੀ। ਸੰਸਦ ਮੈਂਬਰ ਬਣਨ ਜਾ ਰਹੀ ਹਰ ਔਰਤ ਉਤਸ਼ਾਹ ਨਾਲ ਭਰੀ ਹੋਈ ਸੀ। ਸਾਡੇ ਹੱਕ, ਸਾਡੇ ਹੱਕ, ਸਾਡੇ ਹੱਕ, ਕਾਨੂੰਨ ਰੱਦ ਕਰੋ, ਕਾਨੂੰਨ ਰੱਦ ਕਰੋ। क्या करेंगे जेल ठाणे। ਮੇਰੇ ਲਈ ਇਹ ਬਹੁਤ ਅਨੋਖਾ ਅਨੁਭਵ ਸੀ। ਸਿਰਫ ਮੇਰੇ ਲਈ ਨਹੀਂ, ਉੱਥੇ ਹਾਜ਼ਰ ਸਾਰੇ ਲੋਕਾਂ ਵਾਸਤੇ, ਬਲਕਿ ਉਹਨਾਂ ਲੋਕਾਂ ਲਈ ਵੀ ਜਿਹੜੇ ਘਰਾਂ 'ਚ ਬੈਠੇ ਸੋਸ਼ਲ ਮੀਡੀਆ ਤੇ ਇਹ ਸਭ ਕੁਝ ਦੇਖ ਰਹੇ ਸਨ। ਇਹ ਸੱਚਮੁੱਚ ਆਉਣ ਵਾਲੀਆਂ ਨਸਲਾਂ ਵਾਸਤੇ ਇਤਿਹਾਸ ਸਿਰਜਿਆ ਜਾ ਰਿਹਾ ਸੀ, ਜੋ ਸਦੀਆਂ ਬਾਅਦ ਵੀ ਪੜ੍ਹਿਆ ਕਰਨਗੀਆਂ ਤੇ ਵੇਖਿਆ ਕਰਨਗੀਆਂ। ਇਹ ਸੀਨ ਮੇਰੇ ਦਿਲੋਂ ਦਿਮਾਗ ਦੇ ਵਿੱਚ ਹਮੇਸ਼ਾ ਹਾਜ਼ਰ ਰਹਿਣਗੇ। ਜਦੋਂ ਅਸੀਂ ਜਾ ਰਹੇ ਸਾਂ ਤਾਂ ਸਾਡੀ ਸਿਕਿਉਰਿਟੀ ਵਾਸਤੇ ਪੁਲਿਸ ਤਾਇਨਾਤ ਕੀਤੀ ਹੋਈ ਸੀ। ਇਸ ਮਕਸਦ ਲਈ ਕਿੰਨੀਆਂ ਗੱਡੀਆਂ ਸਨ, ਕਿੰਨੇ ਮੋਟਰਸਾਈਕਲ ਸਨ, ਇਹ ਤਾਂ ਸਰਕਾਰ ਹੀ ਦੱਸ ਸਕਦੀ ਹੈ। ਇਹਨਾਂ ਵਿੱਚੋਂ ਕਿੰਨੇ ਵਰਦੀਧਾਰੀ ਸਨ ਤੇ ਕਿੰਨੇ ਸਿਵਲ ਸਿਕਿਉਰਿਟੀ ਵਿੱਚ ਸਨ, ਇਹ ਵੀ ਸਰਕਾਰ ਹੀ ਦੱਸ ਸਕਦੀ ਹੈ। ਜਿੱਥੋਂ ਤੱਕ ਮੀਡੀਆ ਦਾ ਅੰਦਾਜ਼ਾ ਹੈ, ਉਹ ਗਿਣਤੀ 33,000 ਦੱਸੀ ਗਈ ਹੈ। ਜੀ ਹਾਂ, 200 ਬੰਦਿਆਂ ਲਈ 33,000 ਪੁਲਿਸ ਦੀ ਸਿਕਿਉਰਿਟੀ। ਜੇ ਇਹ ਸੱਚ ਹੈ ਤਾਂ ਸੱਚਮੁੱਚ ਨਰਿੰਦਰ ਮੋਦੀ ਸਰਕਾਰ ਦੇ ਰਵੱਈਏ ਸੰਬੰਧੀ ਸੋਚਣ ਦੀ ਲੋੜ ਹੈ। ਇਸ ਅੰਦੋਲਨ ਦੇ ਲੰਮਾ ਹੋਣ ਨੇ ਇਹ ਦੱਸ ਦਿੱਤਾ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਕਾਰਪੋਰੇਟੀ ਮਾਲਕਾਂ ਦੇ ਪ੍ਰਥਮ ਸੇਵਕ ਹਨ।
ਬੇਸ਼ੱਕ ਕਹਿਣ ਲਈ ਉਹ ਦੇਸ਼ ਦੇ ਪ੍ਰਥਮ ਸੇਵਕ ਹੋਣ ਦਾ ਦਾਅਵਾ ਕਰਦੇ ਹਨ। ਅਸੀਂ ਕਿਸਾਨ ਸੰਸਦ ਪਹੁੰਚੇ। ਸਭ ਤੋਂ ਪਹਿਲਾਂ ਉੱਥੇ ਸਪੀਕਰ ਤੇ ਫਿਰ ਡਿਪਟੀ ਸਪੀਕਰ ਦੀ ਚੋਣ ਕੀਤੀ ਗਈ। ਇਹ ਸੰਸਦ ਵਿੱਚ ਹੋਣ ਵਾਲੀ ਸੰਵਿਧਾਨਕ ਵਿਵਸਥਾ ਹੈ। ਇਹ ਸੰਕੇਤਕ ਸੰਸਦ ਸਾਡੇ ਲਈ ਇੱਛਤ ਯਥਾਰਥ ਸਾਕਾਰ ਹੋਣ ਵਾਂਗ ਸੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਗੁਰਸ਼ਨ ਭਾਜੀ ਦੇ ਨਾਟਕ ਦੇਖਦੇ ਹੁੰਦੇ ਸਾਂ। ਇੱਕ ਅਦਾਕਾਰ ਵਜੋਂ ਮੰਚ ਤੇ ਸਾਕਾਰ ਕਰਨ ਦੀ ਕੋਸ਼ਿਸ਼ ਕਰਦੇ ਸਾਂ। ਇੱਕ ਅਦਾਕਾਰ ਵਜੋਂ ਜੋ ਵੀ ਅਸੀਂ ਸਿੱਖਿਆ ਉਹ ਭਵਿੱਖ ਦੇ ਕਲਾਕਾਰਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਸੇ ਨਾਟਕ ਜਾਂ ਫਿਲਮ ਦੇ ਵਿੱਚ ਕਿਰਦਾਰ ਨਿਭਾਉਣ ਵਾਸਤੇ ਆਪਣੀ ਪਰਸਨੈਲਿਟੀ ਨੂੰ ਮਨਫੀ ਕਰਨਾ ਪੈਂਦਾ ਹੈ, ਪਰ ਇਸ ਸੰਕੇਤਕ ਸੰਸਦ ਦਾ ਇੱਛਤ ਯਥਾਰਥ ਕੁਝ ਵੱਖਰਾ ਸੀ। ਅਸੀਂ ਸੰਸਦ ਮੈਂਬਰ ਦੀ ਅਦਾਕਾਰੀ ਕਰ ਰਹੇ ਸਾਂ, ਪਰ ਸਾਡੇ ਬੋਲਾਂ ਵਿੱਚ ਸਾਡੀ ਆਪਣੀ ਪਰਸਨੈਲਿਟੀ ਝਲਕ ਰਹੀ ਸੀ। ਜਿਹੜੀਆਂ ਪਿੰਡਾਂ ਦੀਆਂ ਬੀਬੀਆਂ ਵਾ ਉਹ ਕੱਲਾ ਚੁੱਲ੍ਹਾ ਚੌਂਕਾ ਹੀ ਕਰ ਸਕਦੀਆਂ ਵਾ, ਪਰ ਅੱਜ ਇੱਥੇ ਆ ਕੇ ਇਸ ਸਟੇਜ ਤੇ ਬੋਲ ਕੇ ਉਹਦੇ ਸਾਹਮਣੇ ਇਹ ਗੱਲ ਕਹੀ ਆ ਵੀ ਅਸੀਂ ਚੁੱਲ੍ਹਾ ਚੌਂਕਾ ਨਹੀਂ ਕਰ ਸਕਦੀਆਂ, ਜੇ ਲੋੜ ਪਈ ਅਸੀਂ ਅੱਜ ਸੰਸਦ ਵੀ ਚਲਾ ਸਕਦੀਆਂ ਵਾ। ਅੱਜ ਸਾਨੂੰ ਲੋੜ ਹੈਗੀ ਆ, ਅਸੀਂ ਅੱਜ ਸੰਸਦ ਚਲਾ ਰਹੀਆਂ ਵਾ। ਦੂਜੀ ਗੱਲ ਮੈਂ ਕਰੂੰਗੀ, ਰਾਜਸਥਾਨ ਵਿੱਚ ਹੁੰਦੀ ਹੈ ਜੀ ਪੋਸਤ ਦੀ ਖੇਤੀ। ਤੁਹਾਨੂੰ ਸਾਰਿਆਂ ਨੂੰ ਪਤਾ ਵਾ ਵੀ ਰਾਜਸਥਾਨ ਵਿੱਚ ਜਿਹੜੀ ਪੋਸਤ ਦੀ ਖੇਤੀ ਹੁੰਦੀ ਆ, ਤੇ ਜੇ ਹੁਣ ਉਹ ਕਹਿ ਰਿਹਾ ਵੀ ਆ ਮੰਡੀ ਕਰਨਾ ਵੀ ਜਿੱਥੇ ਮਰਜ਼ੀ ਜਾ ਕੇ ਵੇਚੋ ਆਪਦੀ ਫਸਲ ਆ। ਹੁਣ ਜੇ ਪੰਜਾਬੀ ਹੈਗੇ ਕਮਲੇ ਤੇ ਜੇ ਚੱਕੀ ਟਰਾਲੀ ਤੇ ਵੜ ਗਏ ਰਾਜਸਥਾਨ 'ਚ ਤੇ ਉਹ ਭੁੱਕੀ ਦੀ ਟਰਾਲੀ ਭਰ ਕੇ ਵੇਚੀ ਪੰਜਾਬ 'ਚ, ਤੇ ਕਿਹੜਾ ਬਾਰਡਰ ਰੋਕੂਗਾ? ਫਸ ਗਏ ਨਾ ਮੋਦੀ ਆਪ। ਮੈਂ ਨਸ਼ੇ ਨੂੰ ਪ੍ਰਮੋਟ ਨਹੀਂ ਕਰਦੀ, ਪਰ ਜਿਹੜੀ ਗੱਲ ਸਹੀ ਹੈ ਸਹੀ ਆ। ਤਿੰਨ ਖੇਤੀ ਵਿਰੋਧੀ ਕਾਨੂੰਨ ਬਣਾ ਕੇ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਬਣਾਏ। 11 ਮਹੀਨੇ ਤੋਂ ਅਸੀਂ ਸੜਕਾਂ ਦੇ ਉੱਤੇ ਇਸ ਕਾਨੂੰਨਾਂ ਨੂੰ ਰੱਦ ਕਰਨ ਲਈ ਲੜ ਰਹੇ, ਪਰ ਸਰਕਾਰ ਇੰਨੀ ਸੰਵੇਦਨਹੀਨ ਆ ਕਿ ਅਜੇ ਤੱਕ ਸਾਡੇ ਨਾਲ ਗੱਲ ਨਹੀਂ ਕਰਦੀ। ਸੋ ਇਸ ਕਰਕੇ ਅਸੀਂ ਜ਼ੋਰਦਾਰ ਢੰਗ ਨਾਲ ਮੰਗ ਕਰਦੇ ਹਾਂ ਕਿ ਇਹ ਸਰਕਾਰ ਅਸਤੀਫਾ ਦੇਵੇ। ਇਹ ਤਾਨਾਸ਼ਾਹ ਸਰਕਾਰ ਜਿਹੜੀ ਹੈ ਕਾਰਪੋਰੇਟ ਪੱਖੀ ਆ, लोक पक्षी नहीं, डेमोक्रेटिक सरकार ने। बहुत पॉइंट है, बहुत लोग बता भी चुके हैं कि क्या क्या पॉइंट है कि ये सरकार गिरनी चाहिए। गवर्नमेंट जो है गवर्नमेंट ऑफ द पीपल होती है, फॉर द पीपल होती है, बाय द पीपल होती है, पर ये सरकार डिक्टेटरशिप कर रही है, हार्शेस्ट डिक्टेटरशिप कर रही है। इसे इस्तीफा दे देना चाहिए। हमें फख्र है अपने देश पे, हमें फख्र है अपने अन्नदाता पे जो इतना अनाज उगाता है कि सारे लोगों को भरपेट खिला सके। इस किस्म का किरदार निभाउण दा मौका पहली बारी मिलिया है। काश साडा मुल्क इहो जिहा बन जावे कि सानू इहो ਜਿਹੇ मौके की लोड़ ही ना पवे। इस किसान संसद दे विच देश की अगवाई कर रही नरेंद्र मोदी सरकार के खिलाफ बेभरोसगी का मता पेश किया गया ते सारे संसद मैंबरां वल्लों इस पक्ष विच दलीलां दित्तियां गईयां ते अंत विच बेभरोसगी का मता पास कर दिता गया। ਤੇ ਅੰਤ ਵਿੱਚ ਸਪੀਕਰ ਨੇ ਸੰਸਦ ਦੀ ਮਰਿਆਦਾ ਦੀ ਪਾਲਣਾ ਕਰ ਰਹੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਕਾਸ਼ ਸਾਡੇ ਦੇਸ਼ ਦੀ ਚੁਣੀ ਹੋਈ ਸਰਕਾਰ ਵੀ ਸੰਸਦ ਦੀ ਮਰਿਆਦਾ ਦੀ ਪਾਲਣਾ ਕਰਨੀ ਸਿੱਖ ਜਾਵੇ ਤੇ ਆਵਾਮ ਦੇ ਦਿਲ ਦੀ ਆਵਾਜ਼ ਸੁਣ ਸਕੇ। ਜੇ ਆਵਾਮ ਦੇ ਦਿਲ ਦੀ ਆਵਾਜ਼ ਹੀ ਨਹੀਂ ਸੁਣਨੀ ਤਾਂ ਮਨ ਕੀ ਬਾਤ ਸੁਣਾਉਣ ਦਾ ਵੀ ਕੀ ਫਾਇਦਾ। ਇਸੇ ਅਹਿਸਾਸ ਦੇ ਨਾਲ ਹੀ ਮੈਂ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਦੀ ਹਾਂ ਤੇ ਤੁਹਾਨੂੰ ਸਭ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਸੁਚੇਤਕ ਸਟੂਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ, ਆਈਕਨ ਬੈਲ ਵੀ ਪ੍ਰੈਸ ਕਰ ਲਵੋ ਤਾਂ ਕਿ ਸਾਡੀਆਂ ਨੋਟੀਫਿਕੇਸ਼ਨਸ ਤੁਹਾਡੇ ਤੱਕ ਜ਼ਰੂਰ ਪਹੁੰਚ ਜਾਣ। ਤੁਹਾਡਾ ਸਭ ਦਾ ਦਿਲੋਂ ਧੰਨਵਾਦ ਕਰਦੇ ਹਾਂ ਸੁਚੇਤਕ ਸਟੂਡੀਓ ਨੂੰ ਇੰਨਾ ਪਿਆਰ ਦੇਣ ਲਈ। ਮੈਨੂੰ ਦਿਓ ਇਜਾਜ਼ਤ, ਫਿਰ ਮਿਲਦੇ ਹਾਂ ਸੰਡੇ ਨੂੰ ਸੇਮ ਟਾਈਮ ਦੇ ਉੱਤੇ ਇੰਨੀ ਦਿਨੀ ਪ੍ਰੋਗਰਾਮ ਲੈ ਕੇ।